ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਡੱਲਾ ਜੀ, ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਜਿਹੜੇ ਕੁਲਦੀਪ ਧਾਲੀਵਾਲ, ਉਹਨਾਂ ਨੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੇ ਸੰਕੇਤ ਜੋ ਹੈ ਉਸ ਉੱਪਰ ਵਿਚਾਰ ਕਰਨ ਦੇ ਸੰਕੇਤ ਦਿੱਤੇ ਨੇ। ਇਹਨਾਂ ਸੰਕੇਤਾਂ ਨੂੰ ਕਿਵੇਂ ਸਮਝਿਆ ਜਾਵੇ? ਹਾਲਾਂਕਿ ਪਹਿਲਾਂ ਵੀ ਕਈ ਧਿਰਾਂ ਵੱਲੋਂ, ਕਈ ਆਗੂਆਂ ਵੱਲੋਂ ਇਹ ਆਵਾਜ਼ ਚੱਕੀ ਗਈ ਸੀ ਕਿ ਪੰਜਾਬ ਦੇ ਵਿੱਚ ਕਾਨੂੰਨੀ ਤੌਰ ਤੇ ਅਫੀਮ ਦੀ ਖੇਤੀ ਹੋਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਸੋ ਜੇਕਰ ਅਸੀਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ, ਡਾਕਟਰ ਧਰਮਵੀਰ ਗਾਂਧੀ ਦੀ ਜਾਂ ਫਿਰ ਕਈ ਹੋਰ ਕਿਸਾਨ ਜਥੇਬੰਦੀਆਂ ਦੀ ਵੀ ਗੱਲ ਕਰੀਏ, ਉਹਨਾਂ ਨੇ ਉਹ ਵੀ ਪਹਿਲਾਂ ਮੰਗ ਕਰ ਚੁੱਕੀਆਂ ਨੇ ਕਿ ਕਾਨੂੰਨੀ ਇਜਾਜ਼ਤ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਕੁੱਲ ਮਿਲਾ ਕੇ ਡੱਲਾ ਜੀ, ਇੱਥੇ ਜ਼ਰੂਰ ਸਮਝਣਾ ਚਾਹਾਂਗੇ ਕਿ ਜੇਕਰ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਕਾਨੂੰਨੀ ਤੌਰ ਤੇ ਲਿਆਂਦਾ ਜਾਂਦਾ ਹੈ ਤਾਂ ਇਸਦੇ ਕੀ ਨਫੇ ਤੇ ਕੀ ਨੁਕਸਾਨ ਹੋ ਸਕਦੇ ਨੇ ਆਉਂਦੇ ਸਮੇਂ ਦੇ ਵਿੱਚ, ਜ਼ਰੂਰ ਚਾਹਾਂਗੇ ਇਸ ਉੱਪਰ ਵੀ ਪੂਰੀ ਜਾਣਕਾਰੀ ਤੁਸੀਂ ਸਾਂਝੀ ਕਰਿਓ। ਹਰਜੋਤ ਜੀ, ਖੇਤੀਬਾੜੀ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੇ ਕੱਲ ਸੰਕੇਤ ਦਿੱਤਾ ਹੈ ਕਿ ਇਸ ਪਾਸੇ ਵਿਚਾਰ ਹੋ ਸਕਦਾ ਹੈ ਕਿ ਕਿਉਂ ਨਾ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੈ ਜਿਹੜੀ, ਉਹਦੀ ਮੰਗ ਤੇ ਵਿਚਾਰ ਕੀਤੀ ਜਾਵੇ। ਬਹੁਤ ਸਾਰੇ ਬੁੱਧੀਜੀਵੀ ਨੇ, ਬਹੁਤ ਸਾਰੇ ਵਿਗਿਆਨਿਕ, ਬਹੁਤ ਸਾਰੇ ਕਿਸਾਨ ਸੰਗਠਨਾਂ ਦੇ ਆਗੂ, ਬਹੁਤ ਸਾਰੇ ਵਿਜ਼ਨਰੀ ਲੀਡਰ, ਨਵਜੋਤ ਸਿੰਘ ਸਿੱਧੂ, ਡਾਕਟਰ ਧਰਮਵੀਰ ਗਾਂਧੀ ਤੇ ਕਈ ਕਿਸਾਨ ਸੰਗਠਨਾਂ ਦੇ ਆਗੂ, ਉਹ ਲਗਾਤਾਰ ਇਸ ਗੱਲ ਦੀ ਵਕਾਲਤ ਹਰਜੋਤ ਜੀ ਕਰਦੇ ਰਹੇ ਨੇ ਕਿ ਉਹ ਵੇਲਾ ਆ ਗਿਆ ਜਦੋਂ ਪੰਜਾਬ ਸੋਚੇ ਕਿ ਕੀ ਪੰਜਾਬ ਦੇ ਵਿੱਚ ਵੀ ਜਿਹੜੀ ਅਫੀਮ ਦੀ ਖੇਤੀ ਹੈ ਉਹ ਹੋ ਸਕਦੀ ਹੈ। ਇਹਨੂੰ ਮੈਡੀਸਿਨਲ ਪਲਾਂਟ ਦੇ ਤੌਰ ਤੇ ਜਾਂ ਮੈਡੀਸਿਨਲ ਫਾਰਮਿੰਗ ਦੇ ਤੌਰ ਤੇ ਵੀ ਕੁਝ ਲੋਕ ਸੋਚਦੇ ਨੇ। ਦੇਖੋ, ਰਾਜਸਥਾਨ ਦੇ ਵਿੱਚ ਵੀ ਇਸ ਦੀ ਖੇਤੀ ਹੈ। ਅਗਰ ਰਾਜਸਥਾਨ 'ਚ ਇਸ ਦੀ ਖੇਤੀ ਹੋ ਸਕਦੀ ਹੈ, ਉੱਥੇ ਨਿਸ਼ਚਿਤ ਤੌਰ ਤੇ ਸਰਕਾਰ ਉੱਥੋਂ ਦੀਆਂ ਜਿਹੜੀਆਂ ਸਮਾਜਿਕ ਚੁਣੌਤੀਆਂ ਨੇ ਜਾਂ ਖੇਤੀ ਦੀਆਂ ਚੁਣੌਤੀਆਂ ਨੇ ਉਹਨਾਂ ਨਾਲ ਨਿਬੜ ਰਹੀ ਹੋਣੀ ਹੈ। ਅਤੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਨਿਬੜਿਆ ਜਾ ਸਕਦਾ ਹੈ। ਸਾਡੇ ਕੋਲੇ ਵੀ ਸਰਕਾਰ ਹੈ, ਕਾਨੂੰਨ ਹੈ। ਦੂਸਰਾ, ਇਹ ਸਮਝਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਫੀਮ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ, ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਜਿਹੜੇ ਰਿਸਰਚ ਸੈਂਟਰਸ ਨੇ ਜਾਂ ਭਾਰਤ ਦੇ ਵਿੱਚ ਵੀ ਬਹੁਤ ਥਾਵਾਂ ਦੇ ਉੱਤੇ ਅਫੀਮ ਦੀ ਖੇਤੀ ਹੁੰਦੀ ਹੈ। ਉਹ ਠੀਕ ਹੈ ਕਿ ਇਹਦੇ ਲਈ ਕੇਂਦਰ ਸਰਕਾਰ ਨਾਲ ਵੀ ਮਨਜ਼ੂਰੀ ਜਾਂ ਰਾਬਤੇ ਦੀ ਜ਼ਰੂਰਤ ਹੋਣੀ ਹੈ। ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਨਵਾਂ ਕਾਨੂੰਨ ਪਾਸ ਕਰਨਾ ਪੈ ਸਕਦਾ ਹੈ, ਪਰ ਇਹਦੇ 'ਤੇ ਸੋਚਿਆ ਵਿਚਾਰਿਆ ਜ਼ਰੂਰ ਜਾਣਾ ਚਾਹੀਦਾ, ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਇਸ ਵਕਤ ਟੁੱਟੀ ਹੋਈ ਹੈ। ਅਸੀਂ ਇੱਕ ਐਗਰੀਕਲਚਰ ਦੀ ਇਕੋਨਮੀ ਦੇ ਉੱਤੇ ਆਧਾਰਿਤ ਸੂਬਾ, ਔਰ ਸਾਡੀ ਐਗਰੀਕਲਚਰ ਇਕੋਨਮੀ ਬਹੁਤ ਬੁਰੀ ਤਰ੍ਹਾਂ ਨਾਲ ਕੋਲੈਪਸ ਹੋਈ ਪਈ ਹੈ, ਤਬਾਹ ਹੋਈ ਪਈ ਹੈ। ਸਾਡੀ ਕਿਸਾਨੀ ਕਰਜ਼ੇ 'ਚ ਹੈ। ਸੁਸਾਈਡ ਲਗਾਤਾਰ ਹੋ ਰਹੇ ਨੇ। ਕੋਈ ਵੀ ਸਰਕਾਰ ਹੋਵੇ, ਅਕਾਲੀ ਹੋਣ, ਬੀਜੇਪੀ ਹੋਣ, ਕਾਂਗਰਸੀ ਹੋਣ ਜਾਂ ਆਪ ਵਾਲੇ ਹੋਣ, ਨਾ ਸੁਸਾਈਡ ਰੋਕ ਸਕੇ ਨੇ, ਨਾ ਸਾਡੀ ਐਗਰੀਕਲਚਰ ਨੂੰ ਕ੍ਰਾਈਸਿਸ 'ਚੋਂ ਕੱਢ ਸਕੇ ਨੇ। ਸਾਰੀਆਂ ਪਾਰਟੀਆਂ ਨੇ ਦਾਅਵੇ ਕੀਤੇ ਨੇ ਕਿ ਅਸੀਂ ਕਿਸਾਨੀ ਨੂੰ ਸੁਧਾਰ ਦਿਆਂਗੇ, ਖੁਸ਼ਹਾਲ ਬਣਾ ਦਿਆਂਗੇ। ਹੁਣ ਵਾਲੀ ਸਰਕਾਰ ਵੀ ਬਹੁਤ ਦਾਅਵੇ ਕਰ ਰਹੀ ਹੈ ਐਗਰੀਕਲਚਰ ਨੂੰ ਇੰਪਰੂਵ ਕਰਨ ਦੇ, ਪਰ ਜਦ ਤੱਕ ਐਗਰੀਕਲਚਰ ਦੇ ਵਿੱਚ ਅਜਿਹੇ ਸੁਧਾਰ ਨਜ਼ਰ ਨਹੀਂ ਆਉਂਦੇ, ਜਦੋਂ ਸਾਡਾ ਕਿਸਾਨ ਖੁਸ਼ਹਾਲ ਹੋਏਗਾ, ਗੱਲੀ ਬਾਤੀ ਸੁਪਨੇ ਵਿਖਾ ਕੇ ਤਾਂ ਪੰਜਾਬ ਨੂੰ ਬਹੁਤ ਸਾਰੇ ਲੋਕਾਂ ਨੇ ਖੁਸ਼ਹਾਲ ਕਰਤਾ। ਕਿਸੇ ਨੇ ਕੈਲੀਫੋਰਨੀਆ ਬਣਾਤਾ ਅਤੇ ਕਿਸੇ ਨੇ ਕੁਝ ਬਣਾਤਾ। ਅਸਲ 'ਚ ਜ਼ਮੀਨ 'ਤੇ ਇਹਨਾਂ ਪਾਲਿਸੀਆਂ ਨੂੰ ਪਹਿਲਾਂ ਬਣਾਉਣਾ ਪੈਣਾ ਹੈ, ਫਿਰ ਲਾਗੂ ਕਰਨਾ ਪੈਣਾ ਹੈ। ਵੱਡੇ ਵੱਡੇ ਜਿਹੜੇ ਬੁੱਧੀਜੀਵੀ ਹੈ, ਕਿਸਾਨ ਆਗੂ ਨੇ, ਉਹ ਵੀ ਇਹ ਸੁਝਾਅ ਦਿੰਦੇ ਨੇ ਕਿ ਅਫੀਮ ਦੀ ਖਪਤ ਬਹੁਤ ਵੱਡੇ ਪੱਧਰ 'ਤੇ ਹੈ ਦੁਨੀਆ 'ਚ, ਅਤੇ ਅਗਰ ਪੰਜਾਬ ਸੂਬੇ ਦੇ ਵਿੱਚ ਅਸੀਂ ਤਜਰਬੇ ਦੇ ਤੌਰ ਦੇ ਉੱਤੇ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਿਲ ਕੇ ਤਜਰਬੇ ਦੇ ਤੌਰ 'ਤੇ ਵੀ ਅਗਰ ਪੰਜਾਬ ਦੇ ਵਿੱਚ ਅਸੀਂ ਕੁਝ ਲੱਖ ਹੈਕਟੇਅਰ 'ਚ ਇਹਦਾ ਤਜਰਬਾ ਕਰੀਏ। ਦੇਖੋ, ਪੰਜਾਬ 'ਚ ਕਣਕ ਅਤੇ ਝੋਨੇ ਦੀ ਜਦੋਂ ਗੱਲ ਆਉਂਦੀ ਹੈ, 33, 34, 35 ਲੱਖ ਹੈਕਟੇਅਰ ਦੇ ਵਿੱਚ ਸਾਡਾ ਕਣਕ ਅਤੇ ਝੋਨਾ ਵਾਰੋ ਵਾਰੀ ਬੀਜੇ ਜਾਂਦੇ ਨੇ। ਝੋਨਾ 34 ਲੱਖ ਹੈਕਟੇਅਰ 'ਚ, ਕਣਕ 34 ਲੱਖ ਹੈਕਟੇਅਰ 'ਚ। ਦੋ ਸਾਡੀਆਂ ਵੱਡੀਆਂ ਫਸਲਾਂ ਨੇ। ਹੁਣ ਅਗਰ ਅਸੀਂ ਤਜਰਬੇ ਦੇ ਤੌਰ 'ਤੇ ਪੰਜਾਬ 'ਚ 1 ਲੱਖ ਹੈਕਟੇਅਰ ਦੇ ਵਿੱਚ ਵੀ ਅਫੀਮ ਵਰਗੀ ਖੇਤੀ ਦੀ ਯੋਜਨਾ ਤਿਆਰ ਕਰਦੇ ਹਾਂ ਅਤੇ ਉਹਨੂੰ ਬਹੁਤ ਆਸਾਨੀ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ। ਸ਼ੁਰੂਆਤ ਦੇ ਵਿੱਚ ਕੁਝ ਖਾਸ ਜ਼ਿਲ੍ਹੇ ਚੁਣੇ ਜਾ ਸਕਦੇ ਨੇ, ਜਿਹੜੇ ਵੱਡੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚੋਂ 1 ਲੱਖ ਰਕਬਾ ਅਸੀਂ ਕੱਢ ਸਕਦੇ ਹਾਂ, ਜਾਂ ਅਸੀਂ ਮਾਲਵਾ, ਮਾਝਾ, ਦੁਆਬਾ, ਇਹਨਾਂ ਦੇ ਵਿੱਚੋਂ ਕੁਝ ਇਲਾਕੇ ਨੇ ਜਿਹੜੇ
ਉਹ ਤਜਰਬੇ ਦੇ ਤੌਰ ਤੇ ਸ਼ੁਰੂਆਤ ਦੇ ਵਿੱਚ ਲੈ ਸਕਦੇ ਹਾਂ। ਫਿਰ ਅਸੀਂ ਇਹਨਾਂ ਦੀ ਮਾਰਕੀਟਿੰਗ, ਇਹਨਾਂ ਦਾ ਬਾਜ਼ਾਰੀਕਰਨ, ਕਿੱਥੇ ਇਹਨਾਂ ਦੀ ਸਪਲਾਈ ਹੋਣੀ ਹੈ, ਔਰ ਇੱਕ ਨਿਗਰਾਨ ਤੰਤਰ ਇਹਦੇ ਤੇ ਅਸੀਂ ਬਣਾ ਸਕਦੇ ਹਾਂ। ਔਰ ਇਹ ਬਿਲਕੁਲ ਦੋ ਰਾਏ ਨਹੀਂ ਹੈ। ਕੁਲਦੀਪ ਢਾਲੀਵਾਲ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਫ਼ ਕਿਹਾ, ਕਹਿੰਦੇ ਹਜੇ ਮੇਰਾ ਫਿਲਹਾਲ ਇੱਦਾਂ ਦਾ ਕਹਿੰਦੇ ਕੋਈ ਵਿਚਾਰ ਨਹੀਂ, ਜਾਂ ਸਰਕਾਰ ਦਾ ਫਿਲਹਾਲ ਇੱਦਾਂ ਦਾ ਕੋਈ ਵਿਚਾਰ ਨਹੀਂ, ਕਿਉਂਕਿ ਇਹ ਨਾ ਹੋਵੇ ਵੀ ਇੱਕ ਨਸ਼ੇ ਤੋਂ ਅਸੀਂ ਛੁਡਾਉਂਦੇ ਦੂਜੇ ਨਸ਼ਿਆਂ ਤੇ ਲਾ ਦਈਏ ਪੰਜਾਬ ਨੂੰ। ਉਹਨਾਂ ਨੇ ਇਹ ਵੀ ਕਿਹਾ, ਪਰ ਸੰਕੇਤ ਦਿੱਤੇ ਨੇ ਵਿਚਾਰ ਦੇ। ਸੰਕੇਤ ਤੋਂ ਗੱਲ ਅੱਗੇ ਵੱਧ ਕੇ ਵਿਚਾਰ ਹੋਣੀ ਚਾਹੀਦੀ, ਇਹਦੇ ਲਈ ਮਾਡਲ ਬਣਨਾ ਚਾਹੀਦਾ। ਇਹ ਵੀ ਗੱਲ ਠੀਕ ਹੈ ਕਿ ਇਹਨੂੰ ਨਸ਼ੇ ਦੇ ਤੌਰ ਤੇ ਨਾ ਕਿਤੇ ਇੱਕ ਨਸ਼ੇ ਤੋਂ ਬਚਣ ਤੇ ਦੂਸਰੇ ਨਸ਼ੇ ਤੇ ਨੌਜਵਾਨ ਲੱਗ ਜਾਣ। ਹਾਲਾਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕੈਮੀਕਲ ਨਸ਼ਿਆਂ ਨਾਲੋਂ ਜਿਹੜੇ ਕੁਦਰਤੀ ਨਸ਼ੇ ਨੇ ਉਹਨਾਂ ਨੂੰ ਘੱਟ ਖਤਰਨਾਕ ਮੰਨਦੇ ਨੇ। ਡਾਕਟਰ ਧਰਮਵੀਰ ਗਾਂਧੀ ਵਰਗੇ ਜਿਹੜੇ ਸਿਆਣੇ ਲੀਡਰ ਨੇ, ਉਹ ਤਾਂ ਡਾਕਟਰ ਵੀ ਨੇ, ਡਾਕਟਰ ਧਰਮਵੀਰ ਗਾਂਧੀ। ਔਰ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਅਫੀਮ ਹੈ ਇਹਨੂੰ ਮੈਡੀਸਨ ਦੇ ਤੌਰ ਤੇ ਬਹੁਤ ਸਾਰੀਆਂ ਦਵਾਈਆਂ 'ਚ, ਮੈਡੀਸਨਲ ਇੰਡਸਟਰੀਜ਼ ਦੇ ਵਿੱਚ ਵੀ ਇਹਦੀ ਵਰਤੋਂ ਹੁੰਦੀ ਹੈ। ਪਰ ਇਹਦੇ ਲਈ ਇੱਕ ਖਾਕਾ ਬਣਾਉਣ ਦੀ ਲੋੜ ਹੈ। ਅਗਰ ਵਿਚਾਰ ਪੰਜਾਬ ਦੀ ਸਰਕਾਰ ਕਰਦੀ ਹੈ ਤੇ ਇਹਦਾ ਵੈਲਕਮ ਕੀਤਾ ਜਾਣਾ ਚਾਹੀਦਾ ਹੈ। ਵਿਚਾਰ ਤੋਂ ਬਾਅਦ ਤਜਰਬਾ, ਰਣਨੀਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਟਰਾਇਲ ਦੇ ਤੌਰ ਤੇ, ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਖੇਤਰਫਲ ਬਹੁਤ ਵੱਡਾ ਹੈ, ਟਰਾਇਲ ਦੇ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਇਹਦੇ ਤੇ ਖੋਜ ਕੀਤੇ ਜਾ ਸਕਦੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪਾਇਲਟ ਪ੍ਰੋਜੈਕਟ ਦਿੱਤਾ ਜਾ ਸਕਦਾ ਹੈ। ਪੰਜਾਬ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਦੀਆਂ ਨੇ। ਦੇਖੋ, ਭਵਿੱਖ ਦੀ ਖੇਤੀ ਹੈ ਜਿਹੜੀ, ਉਹ ਮੈਡੀਸਨਲ ਪਲਾਂਟਸ ਦੇ ਵਿੱਚ ਬਹੁਤ ਵੱਡੀਆਂ ਸੰਭਾਵਨਾਵਾਂ ਨੇ। ਔਰ ਅਗਰ ਅਸੀਂ ਕਣਕ, ਝੋਨੇ ਤੋਂ ਪੰਜਾਬ ਨੂੰ ਬਾਹਰ ਕੱਢਣਾ ਹੈ ਤੇ ਦੂਜੀਆਂ ਫਸਲਾਂ ਨੂੰ ਪ੍ਰਮੁੱਖਤਾ ਦੇਣ ਦੀ ਲੋੜ ਹੈ। ਤੇਲ ਬੀਜ, ਆਇਲ ਸੀਡ ਵਰਗੀਆਂ, ਸੂਰਜਮੁਖੀ ਵਰਗੀਆਂ ਫਸਲਾਂ ਜਾਂ ਦਾਲਾਂ ਦੀ ਖੇਤੀ ਵਾਲੇ ਪਾਸੇ ਵੀ ਪੰਜਾਬ 'ਚ ਉਤਸ਼ਾਹਿਤ ਕੀਤਾ ਜਾਂਦਾ, ਲੇਕਿਨ ਸਫਲ ਐਕਸਪੈਰੀਮੈਂਟ, ਸਫਲ ਤਜਰਬੇ ਜ਼ਿਆਦਾ ਹੁੰਦੇ ਨਹੀਂ, ਕਿਉਂਕਿ ਮਾਰ ਪੈ ਜਾਂਦੀ ਹੈ ਜਦੋਂ ਵਿੱਤੀ ਪ੍ਰਬੰਧਾਂ ਦੀ ਗੱਲ ਆਉਂਦੀ ਹੈ। ਸਰਕਾਰਾਂ ਕੋਲੇ ਪੈਸਾ ਹੈ ਨਹੀਂ। ਉਹ ਠੀਕ ਹੈ, ਸਰਕਾਰਾਂ ਕੋਲੇ ਆਪਣੀਆਂ ਜਿਪਸੀਆਂ, ਕੁਆਟਰ, ਆਪਣੇ ਮੰਤਰੀਆਂ ਦੇ ਉਹਨਾਂ ਦੇ ਫਲੈਟ, ਮੰਤਰੀਆਂ ਦੀਆਂ ਕੋਠੀਆਂ, ਮਾਲੀ ਰੱਖਣੇ, ਉਹਨਾਂ ਦੇ ਲਈ ਤਾਂ ਪੈਸਾ ਪ੍ਰਬੰਧ ਹੋ ਜਾਂਦਾ ਸਰਕਾਰਾਂ ਕੋਲੇ। ਪਰ ਅਜਿਹੀਆਂ ਯੋਜਨਾਵਾਂ ਦੇ ਤੌਰ ਤੇ ਮੁਕੰਮਲ ਪ੍ਰਬੰਧ ਨਹੀਂ ਹੁੰਦੇ। ਇਸ ਪਾਸੇ ਸੋਚਣ ਦੀ ਲੋੜ ਹੈ। ਜਿਵੇਂ 90 ਪੈਸੇ ਸੈਸ ਪੈਟਰੋਲ ਡੀਜ਼ਲ ਤੇ ਲੱਗ ਗਿਆ, ਅੱਜ ਦਾ ਸਮਾਂ ਉਹ ਹੈ ਜਦੋਂ ਲੋਕ ਚਾਹੁੰਦੇ ਨੇ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਣ। ਜਦੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਜਿਹੜਾ ਪ੍ਰਤੀ ਬੈਰਲ ਹੈ ਜਿਹੜਾ ਕੱਚਾ ਤੇਲ ਘਟ ਰਿਹਾ ਹੈ, ਪਰ ਨਾ ਤਾਂ ਮੋਦੀ ਸਾਹਿਬ ਨੇ ਇਸ ਪਾਸੇ ਬਹੁਤ ਗੰਭੀਰਤਾ ਦੇ ਨਾਲ ਯਤਨ ਕੀਤੇ ਨਜ਼ਰ ਆਏ ਸਾਨੂੰ। ਮਨਮੋਹਨ ਸਿੰਘ ਵੇਲੇ ਪੈਟਰੋਲ ਡੀਜ਼ਲ ਕੁਝ ਕੰਟਰੋਲ 'ਚ ਸੀ, ਔਰ ਬੀਜੇਪੀ ਵਾਲੇ ਬੜਾ ਵਿਰੋਧ ਕਰਦੇ ਰਹੇ ਨੇ ਉਦੋਂ ਮਨਮੋਹਨ ਸਿੰਘ ਦਾ, ਪਰ ਆਪ ਔਰ ਆਮ ਆਦਮੀ ਪਾਰਟੀ ਵਾਲੇ ਵੀ ਬੜਾ ਵਿਰੋਧ ਕਰਦੇ ਰਹੇ ਨੇ ਚਰਨਜੀਤ ਚੰਨੀ ਦਾ, ਵੀ ਚਰਨਜੀਤ ਚੰਨੀ ਜੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘਟਾਓ। ਚਰਨਜੀਤ ਚੰਨੀ ਨੇ 7 ਨਵੰਬਰ 2021 ਨੂੰ 10 ਰੁਪਏ ਪੈਟਰੋਲ ਤੇ 5 ਰੁਪਏ ਡੀਜ਼ਲ ਸਸਤਾ ਕੀਤਾ ਸੀ, ਪਰ ਹਾਲ 'ਚ ਹੁਣ 90 ਪੈਸੇ ਸੈਸ ਲੱਗ ਗਿਆ। ਕਿਉਂ? ਸਵਾਲ ਇਹੀ ਹੈ, ਜਦੋਂ ਤੱਕ ਵਿੱਤੀ ਪ੍ਰਬੰਧ ਸੁਖਾਲਾ ਨਹੀਂ ਬਣਦਾ, ਚੰਗਾ ਨਹੀਂ ਬਣਦਾ, ਕਾਬਲ ਵਿੱਤੀ ਪ੍ਰਬੰਧ ਨਹੀਂ ਬਣਦਾ, ਤਦ ਤੱਕ ਪੰਜਾਬ ਸੂਬਾ ਫਾਈਨੈਂਸ਼ੀਅਲ ਤੌਰ ਤੇ, ਇਕਨੋਮਿਕ ਤੌਰ ਤੇ ਮਜ਼ਬੂਤ ਨਹੀਂ ਹੋਣਾ। ਔਰ 3 ਲੱਖ ਕਰੋੜ ਤੋਂ ਕਰਜ਼ਾ ਵਧਣ ਨੂੰ ਜਾ ਰਿਹਾ। ਇਸ ਕਰਕੇ ਅਫੀਮ ਵਰਗੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਤੇ ਸੋਚ ਵਿਚਾਰ ਕੀਤੀ ਜਾ ਸਕਦੀ ਹੈ ਲੀਗਲ ਓਪੀਨੀਅਨ ਨਾਲ, ਔਰ ਜਿਹੜਾ ਐਗਰੀਕਲਚਰਿਸਟ ਨੇ, ਸਾਡੇ ਸਾਇੰਟਿਸਟ ਨੇ, ਉਹਨਾਂ ਦੇ ਓਪੀਨੀਅਨ ਨਾਲ। ਡੱਲਾ ਜੀ, ਪੰਜਾਬ ਨੂੰ ਮਿਲਣ ਵਾਲੇ ਕੋਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਜੋ ਹੈ ਭਖਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਏ ਨੇ ਕੇਂਦਰ ਸਰਕਾਰ ਦੇ ਉੱਪਰ ਕਿ ਜਿਹੜੇ ਵੱਡੇ ਰੂਟ ਦੇ ਜ਼ਰੀਏ ਪੰਜਾਬ ਨੂੰ ਕੋਲਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਪੰਜਾਬ ਨੂੰ ਜੋ ਹੈ ਵਿੱਤੀ ਸੰਕਟ ਦੇ ਵਿੱਚ ਘੇਰਨ ਦੀ ਜ਼ਰੂਰ ਕੋਸ਼ਿਸ਼ ਸਮਝੀ ਜਾ ਸਕਦੀ ਹੈ। ਸੋ ਕੁਝ ਇਸ ਤਰੀਕੇ ਦੇ ਇਲਜ਼ਾਮ ਜੋ ਲਗਾਏ ਨੇ ਆਮ ਆਦਮੀ ਪਾਰਟੀ ਨੇ, ਤੇ ਇਸ ਨੂੰ ਲੈ ਕੇ ਮਨਜਿੰਦਰ ਸਰਸਾ ਵੀ ਜੋ ਹੈ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੇਂਦਰ ਅਤੇ ਪੰਜਾਬ ਦੇ ਵਿੱਚ ਆਪਸੀ ਫੁੱਟ ਬਣਾ ਕੇ ਰੱਖਣਾ ਚਾਹੁੰਦੀ ਹੈ। ਸੋ ਤੁਸੀਂ ਕੀ ਕਹੋਗੇ ਇਸ ਸਭ ਨੂੰ ਲੈ ਕੇ? ਸੋ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਇਸ ਸਭ ਨੂੰ ਲੈ ਕੇ। ਇਹ ਪੂਰਾ ਮਾਮਲਾ ਕੀ ਹੈ ਜ਼ਰੂਰ ਸਮਝਣਾ ਚਾਹਾਂਗੇ। ਹਰਜੋਤ ਜੀ, ਕੋਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਬਹੁਤ ਜ਼ਿਆਦਾ ਭਖੀ ਹੈ। ਅਸਲ 'ਚ ਪੰਜਾਬ ਦੇ ਵਿੱਚ 600 ਯੂਨਿਟ ਮੁਫਤ ਬਿਜਲੀ ਪ੍ਰਤੀ ਮਹੀਨੇ, 300 ਯੂਨਿਟ ਮੁਫਤ ਬਿਜਲੀ ਦੀ ਯੋਜਨਾ ਤੋਂ ਬਾਅਦ ਕਿਤੇ ਨਾ ਕਿਤੇ ਕੇਂਦਰ ਸਰਕਾਰ ਔਰ ਪੰਜਾਬ ਦੀ ਸਰਕਾਰ ਦੇ ਵਿੱਚ ਕੁਝ ਮੁੱਦਿਆਂ ਤੇ ਮਤਭੇਦ ਹੈ। ਕੱਲ੍ਹ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਸਾਫ਼ ਤੌਰ ਤੇ ਇਲਜ਼ਾਮ ਕੇਂਦਰ ਸਰਕਾਰ ਤੇ ਲਾਏ।
ਉਹਨਾਂ ਦਾ ਇਲਜ਼ਾਮ ਇਹ ਹੈ ਕਿ ਕੇਂਦਰ ਸਰਕਾਰ ਜਿਹੜਾ ਕੋਲਾ ਪਹਿਲਾਂ ਈਸਟਰਨ ਪਾਰਟ ਚੋਂ ਰੇਲ ਰਸਤੇ ਦੇ ਜ਼ਰੀਏ ਪੰਜਾਬ 'ਚ ਆਉਂਦਾ ਸੀ, ਉਹਦੇ 'ਚ ਰੁਕਾਵਟਾਂ ਪਾ ਰਹੀ ਹੈ ਕੇਂਦਰ ਸਰਕਾਰ। ਉਹ ਕਹਿੰਦੇ ਕੇਂਦਰ ਸਰਕਾਰ ਨੇ ਦੱਸਿਆ ਵੀ ਹੁਣ ਤੁਹਾਨੂੰ ਇਹ ਅਡਾਨੀ ਪੋਰਟ ਦੇ ਜ਼ਰੀਏ ਇੱਕ ਤਰੀਕੇ ਨਾਲ, ਮਲਵਿੰਦਰ ਸਿੰਘ ਕੰਗ ਹੋਣਾ ਦਾ ਇਲਜ਼ਾਮ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਉਸ ਪੋਰਟ ਦੇ ਜ਼ਰੀਏ ਕੋਲਾ ਪੰਜਾਬ 'ਚ ਪਹੁੰਚੇ, ਜਿਹਦੇ ਨਾਲ ਜਿਹੜੀ ਇਹਦੀ ਲਾਗਤ ਹੈ ਪੰਜਾਬ ਨੂੰ ਉਹ 2.5-3 ਗੁਣਾ ਤੱਕ ਵੱਧ ਸਕਦੀ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਪਛਵਾੜਾ ਮਾਈਨ ਹੈ ਜਿਹਦੇ ਤੇ ਪਹਿਲਾਂ ਸੁਪਰੀਮ ਕੋਰਟ ਨੇ ਰੋਕ ਲਾ ਰੱਖੀ ਸੀ, 2015 ਤੋਂ ਬੰਦ ਸੀ। ਬਹੁਤ ਸੰਘਰਸ਼ ਇਹਦੇ ਤੇ ਹੋਇਆ ਕਿ ਇਹ ਮਾਈਨ ਖੁੱਲ੍ਹੇ ਤੇ ਇਹਦੇ ਹਿੱਸੇ ਦਾ ਕੋਲਾ ਪੰਜਾਬ ਨੂੰ ਮਿਲੇ। ਹੁਣ ਇਹ ਸ਼ੁਰੂ ਹੋ ਗਈ 1-2 ਮਹੀਨਿਆਂ ਤੋਂ ਇਹਦਾ ਕੋਲਾ ਵੀ ਸਾਨੂੰ ਮਿਲ ਰਿਹਾ, ਪਰ ਜਿਹੜਾ 500 ਕਰੋੜ ਬਚ ਜਾਣਾ ਸੀ ਸਾਡਾ, ਕਿ ਸਾਡਾ ਕੋਲਾ ਪਛਵਾੜਾ ਮਾਈਨ ਤੋਂ ਆਉਣ ਲੱਗ ਗਿਆ, 1 ਸਾਲ ਦਾ 500 ਕਰੋੜ ਰੁਪਇਆ ਬਚਣਾ ਸੀ। ਤੇ ਹੁਣ ਜੇ ਜਿਹੜਾ ਕੋਲਾ ਸਾਨੂੰ ਈਸਟਰਨ ਪਾਰਟਸ ਤੋਂ ਰੇਲ ਦੇ ਜ਼ਰੀਏ ਆਉਂਦਾ ਸੀ, ਅਗਰ ਉਹ ਪੋਰਟਾਂ ਦੇ ਜ਼ਰੀਏ ਆਊਗਾ ਤੇ ਸਾਡੇ ਕੋਲੇ ਉਹਦਾ ਕਿਰਾਇਆ ਵਧੂਗਾ 2-3%, 3% ਜਿਹੜਾ ਹੈ 3 ਗੁਣਾ ਅਗਰ ਉਹਦੀ ਕੀਮਤ ਵੱਧਦੀ ਹੈ ਤੇ ਉਹ ਘਾਟੇ ਦਾ ਸੌਦਾ ਪੈ ਸਕਦਾ। ਉਹਦੇ ਨਾਲ ਸਾਡੀ ਬਿਜਲੀ ਦੀ ਲਾਗਤ ਹੈ ਜਿਹੜੀ ਪੰਜਾਬ 'ਚੋਂ ਵਧੇਗੀ, ਪ੍ਰਤੀ ਯੂਨਿਟ ਜਿਹੜੀ ਬਿਜਲੀ ਦੀ ਕਾਸਟ ਹੈ, ਇਨਪੁਟ ਕਾਸਟ ਹੈ, ਉਹ ਵਧੇਗੀ। ਔਰ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਔਰ ਕੇਂਦਰ 'ਚ ਜ਼ਬਰਦਸਤ ਟਕਰਾਅ ਹੈ। ਉਧਰ ਮਨਜਿੰਦਰ ਸਿਰਸਾ ਨੇ ਇਲਜ਼ਾਮ ਲਾ ਦਿੱਤਾ। ਮਨਜਿੰਦਰ ਸਿਰਸਾ ਕਹਿੰਦੇ ਆਮ ਆਦਮੀ ਪਾਰਟੀ ਪੰਜਾਬ ਨੂੰ ਤੇ ਕੇਂਦਰ ਨੂੰ ਲੜਾ ਕੇ ਰੱਖਣਾ ਚਾਹੁੰਦੀ ਹੈ। ਮਨਜਿੰਦਰ ਸਿਰਸਾ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਸੀ, ਹੁਣ ਭਾਜਪਾ ਦੇ ਸੀਨੀਅਰ ਆਗੂ ਨੇ। ਉਹਨਾਂ ਦਾ ਇਹ ਤਰਕ ਹੈ ਕਿ ਇਹ ਤਕਨੀਕੀ ਕਾਰਨ ਨੇ, ਇਹਦੇ ਪਿੱਛੇ ਕੋਈ ਰੰਜਿਸ਼ ਵਾਲੀ ਗੱਲ ਨਹੀਂ ਹੈ ਪੰਜਾਬ ਦੇ ਨਾਲ। ਉਹਨਾਂ ਦਾ ਇਹ ਤਰਕ ਹੈ। ਹੁਣ ਸੁਖਬੀਰ ਬਾਦਲ ਕੱਲ੍ਹ ਜਲੰਧਰ 'ਚ ਸੀ। ਸੁਖਬੀਰ ਬਾਦਲ ਕਹਿੰਦੇ ਕਿ ਹੁਣ ਜਦੋਂ ਅਡਾਨੀ ਦੀ ਪੋਰਟ ਵਾਲੇ ਪੋਰਟ ਵਾਲੇ ਪਾਸਿਓਂ ਇਹ ਕੋਲਾ ਆਏਗਾ ਤੇ ਲਾਗਤ ਵਧੇਗੀ। ਸੁਖਬੀਰ ਬਾਦਲ ਕਹਿੰਦੇ ਕਿ ਮੁਫਤ ਬਿਜਲੀ ਦਾ ਬੋਝ ਤਾਂ ਵਧਣਾ ਹੀ ਹੈ, ਪੰਜਾਬ ਦੇ ਲੋਕ ਬਿਜਲੀ ਸੰਕਟ ਲਈ ਵੀ ਤਿਆਰ ਰਹਿਣ। ਤੇ ਕਹਿੰਦੇ ਸੁਖਬੀਰ ਬਾਦਲ ਕਹਿੰਦੇ ਵੀ ਜਨਰੇਟਰ ਖਰੀਦ ਲਓ। ਹਾਲਾਂਕਿ ਸੁਖਬੀਰ ਬਾਦਲ ਦੇ ਰਾਜ ਵੇਲੇ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ ਕਿ ਅਸੀਂ ਸਰਪਲਸ ਸਟੇਟ ਹੋ ਗਏ ਹਾਂ, ਅਸੀਂ ਪਾਕਿਸਤਾਨ ਨੂੰ ਵੀ ਬਿਜਲੀ ਸਪਲਾਈ ਕਰਾਂਗੇ। ਸੋ ਕਈ ਵਾਰੀ ਸੁਖਬੀਰ ਬਾਦਲ ਦੇ ਜਿਹੜੇ ਬਿਆਨ ਨੇ ਉਹ ਹਾਸਾ ਬਹੁਤ ਪੈਦਾ ਕਰਦੇ ਨੇ, ਜਿਵੇਂ ਆਪਾਂ 2 ਪੱਥਰ ਟਕਰਾਉਂਦੇ ਹਾਂ ਤੇ ਅੱਗ ਨਿਕਲਦੀ ਹੈ। ਸੋ ਸੁਖਬੀਰ ਬਾਦਲ ਦੇ ਬਿਆਨ ਹਾਸਾ ਬਹੁਤ ਪੈਦਾ ਕਰਦੇ ਨੇ। ਸੋਸ਼ਲ ਮੀਡੀਆ 'ਤੇ ਵੀ ਉਹਨਾਂ ਦੇ ਬਹੁਤ ਸਾਰੇ ਹਾਸੋਹੀਣੇ ਬਿਆਨ ਪਏ ਨੇ। ਪਿੱਛੇ ਜੇ ਸੁਖਬੀਰ ਬਾਦਲ ਨੇ ਇਹ ਕਹਿਤਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਦਾ ਇੱਕ MLA ਉਹ ਮੇਰਾ ਫੈਨ ਹੈ। ਸੋ ਸੁਖਬੀਰ ਬਾਦਲ ਦੇਖੋ ਵੱਡੇ ਲੀਡਰ ਨੇ। ਸੁਖਬੀਰ ਬਾਦਲ ਹੋ ਗਏ, ਹੋਰ ਵੀ ਕਈ ਪੰਜਾਬ 'ਚ ਵੱਡੇ ਲੀਡਰ ਨੇ। ਹੁਣ ਕਿਹਦਾ ਨਾਂ ਲਈਏ ਹਰਜੋਤ ਜੀ? ਬੜੇ ਲੀਡਰ ਨੇ, ਅੱਜ ਕੱਲ੍ਹ ਹਾਸਾ ਪੈਦਾ ਕਰਦੇ ਨੇ ਆਪਣੇ ਬਿਆਨਾਂ ਦੇ ਨਾਲ। ਤੇ ਸੁਖਬੀਰ ਬਾਦਲ ਕਹਿੰਦੇ ਵੀ ਹੁਣ ਪ੍ਰੀਪੇਡ ਮੀਟਰਾਂ ਦਾ ਵੀ ਤਜਰਬਾ ਕਰਨ ਲੱਗੀ ਆਮ ਆਦਮੀ ਪਾਰਟੀ ਦੀ ਸਰਕਾਰ। ਸੋ ਉਹਨਾਂ ਨੇ ਕਈ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਤੇ ਤੰਜ ਕੱਸਿਆ। ਅਫਸਰਾਂ ਦੀ ਗੱਲ ਵੀ ਕੀਤੀ। ਉਹ ਕਹਿੰਦੇ ਮੈਨੂੰ ਲੱਗਦਾ ਕਿ ਪੰਜਾਬ 'ਚ ਕੋਈ ਅਫਸਰ ਹੀ ਨਹੀਂ ਰਹਿਣਾ ਤੇ ਆਮ ਆਦਮੀ ਪਾਰਟੀ ਦੇ ਲੀਡਰ ਹੀ ਰਹਿ ਜਾਣੇ ਨੇ, ਕਿਉਂਕਿ ਅਫਸਰ ਕਈ ਡੈਪੂਟੇਸ਼ਨਾਂ ਤੇ ਜਾਂਦੇ ਨੇ। ਡੱਲਾ ਜੀ, ਪੰਜਾਬ ਦੇ 7 ਹੋਰ ਅਧਿਕਾਰੀਆਂ ਨੇ ਜੋ ਹੈ ਕੇਂਦਰੀ ਡੈਪੂਟੇਸ਼ਨ ਲਈ ਅਪਲਾਈ ਕਰ ਦਿੱਤਾ ਹੈ। ਇਹ ਮਸਲਾ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ ਕਿ ਆਖਿਰ ਕੀ ਮਾਮਲਾ ਹੈ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਅਫਸਰ ਨੇ ਉਹ ਕੇਂਦਰੀ ਡੈਪੂਟੇਸ਼ਨ ਦੇ ਲਈ ਅਪਲਾਈ ਕਰ ਰਹੇ ਨੇ, ਤੇ ਇਹ ਆਖਿਰ ਕੀ ਵਜ੍ਹਾ ਇਸ ਨੂੰ ਆਪਾਂ ਮੰਨ ਸਕਦੇ ਹਾਂ, ਕਿਉਂ ਅਜਿਹਾ ਹੋ ਰਿਹਾ ਹੈ, ਕੀ ਕਾਰਨ ਨੇ ਇਸ ਸਭ ਦੇ ਪਿੱਛੇ? ਜ਼ਰੂਰ ਤੁਹਾਡੇ ਤੋਂ ਇਹ ਜਾਣਕਾਰੀ ਵੀ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਣਾ ਚਾਹਾਂਗੇ, ਸਾਂਝੀ ਕਰਨਾ ਚਾਹਾਂਗੇ। ਹਰਜੋਤ ਜੀ, ਇੱਕ ਤੋਂ ਬਾਅਦ ਇੱਕ ਪੰਜਾਬ ਦੇ ਅਫਸਰ ਕੇਂਦਰੀ ਡੈਪੂਟੇਸ਼ਨ ਲਈ ਅਪਲਾਈ ਕਰ ਰਹੇ ਨੇ। ਭਾਵ ਕਿ ਉਹ ਪੰਜਾਬ ਸੂਬੇ 'ਚ ਆਪਣੀਆਂ ਸੇਵਾਵਾਂ ਦੇਣ ਦੀ ਥਾਂ ਕੇਂਦਰ 'ਚ ਅਪਲਾਈ ਕਰ ਦਿੰਦੇ ਨੇ ਭਾਰਤ ਸਰਕਾਰ ਨੂੰ ਕਿ ਸਾਨੂੰ ਕੇਂਦਰ ਦੇ ਵਿੱਚ ਕਿਤੇ ਨਾ ਕਿਤੇ ਡੈਪੂਟੇਸ਼ਨ ਦੇ ਉੱਤੇ ਥਾਂ ਦੇ ਦਿਓ। ਹੁਣ 3 ਅਧਿਕਾਰੀ ਤਾਂ ਹੁਣ ਤੱਕ ਪਿਛਲੇ ਸਮਿਆਂ 'ਚ ਗਏ ਨੇ ਪੰਜਾਬ ਤੋਂ। ਇਹ ਨਹੀਂ ਵੀ ਇਹ ਇਕੱਲੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੇਲੇ ਹੀ ਡੈਪੂਟੇਸ਼ਨ 'ਤੇ ਅਧਿਕਾਰੀ ਜਾਂਦੇ ਨੇ, ਪਹਿਲਾਂ ਵੀ ਜਾਂਦੇ ਰਹੇ ਨੇ, ਪਰ ਇਸ ਵਾਰ ਰੁਝਾਨ ਥੋੜ੍ਹਾ ਜ਼ਿਆਦਾ ਲੱਗ ਰਿਹਾ। ਹੁਣ IAS ਅਫਸਰ ਨੇ ਵੱਡੇ, ਉਹ 7 ਹੋਰ ਨੇ ਜਿਨ੍ਹਾਂ ਨੇ ਅਪਲਾਈ ਕੀਤਾ। ਮੈਂ ਮੀਡੀਆ ਦੇ ਵਿੱਚ ਇਹਨਾਂ ਦੇ ਨਾਮ ਨੋਟ ਕਰ ਰਿਹਾ ਸੀ। ਰਜਤ ਅਗਰਵਾਲ ਕਹਿੰਦੇ ਇਹ ਵੀ ਕੇਂਦਰੀ ਡੈਪੂਟੇਸ਼ਨ ਲਈ ਅਪਲਾਈ ਕਰ ਚੁੱਕੇ ਨੇ ਜਾਂ ਜਾਣਾ ਚਾਹੁੰਦੇ ਨੇ। ਵਰੁਣ ਰੁਜੁਮ ਨੇ, ਅਜੋਏ ਸ਼ਰਮਾ ਨੇ, ਅਨਿਰੁੱਧ ਤਿਵਾੜੀ ਨੇ,
ਰਵਨੀਤ ਕੌਰ ਨੇ, ਸੀਮਾ ਜੈਨ ਨੇ, ਰਾਹੁਲ ਤਿਵਾੜੀ ਨੇ। ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇਹ ਅਫਸਰਾਂ ਦੀ ਟੀਮ ਹੈ ਹਰਜੋਤ ਜੀ, ਜਿਨ੍ਹਾਂ ਦੇ ਮੈਂ ਨਾਮ ਸੁਣੇ ਨੇ, ਇਹ ਬੜੇ ਚਰਚਿਤ ਅਫਸਰ ਨੇ ਪੰਜਾਬ ਦੇ, ਔਰ ਇਹ ਬੜੇ ਕਾਬਲ ਅਫਸਰ ਪੰਜਾਬ ਦੇ ਮੰਨੇ ਜਾਂਦੇ ਨੇ। ਬਹੁਤ ਸਾਰੇ ਵਿਭਾਗਾਂ ਨੂੰ ਇਹਨਾਂ ਨੇ ਆਪਣੇ ਦਮ ਤੇ ਕਾਫੀ ਸਮਾਂ ਅਗਵਾਈ ਦਿੱਤੀ ਹੈ। ਹੁਣ ਸਿਆਣੇ ਤੇ ਵੱਡੇ ਕਾਬਲ ਅਫਸਰਾਂ ਦਾ ਕੇਂਦਰੀ ਡੈਪੂਟੇਸ਼ਨ ਤੇ ਜਾਣਾ ਨਿਸ਼ਚਿਤ ਤੌਰ ਤੇ ਇਹ ਪੰਜਾਬ ਲਈ ਘਾਟੇ ਵਾਲੀ ਗੱਲ ਤਾਂ ਹੈ, ਪਰ ਇਹ ਜਾ ਕਿਉਂ ਰਹੇ ਨੇ ਬਹੁਤ ਵੱਡੀ ਗਿਣਤੀ 'ਚ, ਇਹਦੇ ਪਿੱਛੇ ਕਾਰਨ ਚਰਚਾ ਕੀਤੇ ਜਾ ਸਕਦੇ ਨੇ। ਇਹ ਵੀ ਹੋ ਸਕਦਾ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ ਨਵੇਂ ਮੰਤਰੀ ਨੇ, ਨਵੀਂ ਸਰਕਾਰ ਹੈ, ਨੀਤੀਗਤ ਵਿਚਾਰਾਂ ਦਾ ਸੁਮੇਲ ਨਹੀਂ ਹੋ ਰਿਹਾ। ਇਹ ਜਿਹੜੇ ਅਫਸਰ ਨੇ ਔਰ ਜਿਹੜੀ ਸਰਕਾਰ ਹੈ, ਇਹਨਾਂ ਦੀ ਸੋਚ ਤੇ ਸਰਕਾਰ ਦੀ ਸੋਚ ਕਈ ਮੁੱਦਿਆਂ ਦੇ ਵਿੱਚ ਅਗਰ ਸੁਮੇਲ ਵਾਲੀ ਨਹੀਂ ਹੈ, ਇੱਕਸਾਰ ਨਹੀਂ ਹੈ, ਉੱਥੇ ਫਿਰ ਅਫਸਰ ਮਹਿਸੂਸ ਕਰਦੇ ਨੇ ਕਿ ਅਸੀਂ ਸਰਕਾਰ ਨਾਲ ਟਕਰਾ ਨਹੀਂ ਸਕਦੇ। ਚੰਗੀ ਗੱਲ ਇਹ ਹੈ ਕਿ ਅਸੀਂ ਕੇਂਦਰੀ ਡੈਪੂਟੇਸ਼ਨ ਤੇ ਚਲੇ ਜਾਈਏ ਤੇ ਇੱਕ ਵੇਲੇ ਬਾਅਦ ਅਸੀਂ ਵਾਪਸ ਮੁੜ ਆਵਾਂਗੇ। ਇੱਥੇ ਸਰਕਾਰ ਲਈ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਗਰ ਸਰਕਾਰ ਦੇ ਅਫਸਰ ਕਿਸੇ ਵੀ ਵਜ੍ਹਾ ਕਰਕੇ ਕੇਂਦਰ ਡੈਪੂਟੇਸ਼ਨ ਤੇ ਜਾਂਦੇ ਨੇ ਤੇ ਉਹਦੇ ਪਿੱਛੇ ਲੁਕਵੀਂ ਵਜ੍ਹਾ ਇਹ ਹੈ ਕਿ ਇਹ ਅਫਸਰ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤਾ ਜ਼ਿਆਦਾ ਖੁਸ਼ ਨਹੀਂ ਨੇ ਤੇ ਉਹਨਾਂ ਦੀ ਗੱਲ ਨੂੰ ਵੀ ਗੌਰ ਨਾਲ ਵਾਚਣਾ ਜ਼ਰੂਰ ਚਾਹੀਦਾ। ਜ਼ਰੂਰੀ ਨਹੀਂ ਹੁੰਦਾ ਕਿ ਹਰ ਡੈਪੂਟੇਸ਼ਨ ਮੰਗਣ ਵਾਲਾ ਅਫਸਰ ਕਾਬਲ ਨਹੀਂ ਹੈ ਜਾਂ ਉਹ ਨਾਰਾਜ਼ਗੀ ਨਾਲ ਜਾ ਰਿਹਾ, ਇਹ ਵੀ ਜ਼ਰੂਰੀ ਨਹੀਂ। ਬਹੁਤ ਵਾਰੀ ਜਿਹੜੇ ਅਫਸਰ ਨੇ ਉਹ ਇਸ ਗੱਲ ਨੂੰ ਲੈ ਕੇ ਚਿੰਤਾ 'ਚ ਰਹਿੰਦੇ ਨੇ ਕਿ ਅਸੀਂ ਆਪਣੀ ਨੌਕਰੀ, ਆਪਣੀ એનર્ਜੀ ਨੂੰ ਸੁਚਾਰੂ ਤੇ ਉਸਾਰੂ ਤਰੀਕੇ ਨਾਲ ਵਰਤਣਾ ਹੈ ਤੇ ਕਈ ਵਾਰੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ, ਉਹਨਾਂ ਦੀਆਂ ਆਦਰਸ਼ ਸਹੀ ਸੁਝਾਵਾਂ ਨੂੰ, ਯੋਜਨਾਵਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਔਰ ਕਈ ਵਾਰੀ ਅਫਸਰਾਂ ਨੂੰ ਇਹ ਵੀ ਚਿੰਤਾ ਹੁੰਦੀ ਹੈ ਕਿ ਸਾਡੇ ਅੱਗੇ ਸਿਰਫ ਫਾਈਲ ਰੱਖੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਜਿਵੇਂ ਮਰਜ਼ੀ ਹੈ ਇਹ ਕੰਮ ਕਰੋ। ਹਾਲਾਂਕਿ ਪਿੱਛੇ ਜੇ ਚਰਚਾ ਬਹੁਤ ਹੋਈ, ਸੁਖਪਾਲ ਖਹਿਰਾ ਨੇ ਵੀ ਟਵੀਟ ਕੀਤਾ, ਬਹੁਤ ਸਾਰੇ ਮੀਡੀਆ ਦੇ ਵਿੱਚ ਵੀ ਇਹ ਚਰਚਾ ਹੋਈ ਕਿ ਇੱਕ ਅਫਸਰ ਇਸ ਕਰਕੇ ਬਦਲੇ ਗਏ ਕਿ ਉਹਨਾਂ ਨੇ ਇਸ਼ਤਿਹਾਰੀ ਪਾਲਿਸੀ ਤੇ ਅਸਹਿਮਤੀ ਜਤਾਈ, ਜਿਹੜੀ ਇਸ਼ਤਿਹਾਰਾਂ ਦੀ ਗੱਲ ਆਈ ਸੀ ਮੁਹੱਲਾ ਕਲੀਨਿਕਾਂ ਦੀ। ਹਾਲਾਂਕਿ ਬਾਅਦ ਦੇ ਵਿੱਚ ਜਦੋਂ ਉਹਨਾਂ ਦੀ ਬਦਲੀ ਕੀਤੀ ਗਈ ਤੇ ਇਹ ਵੀ ਇਲਜ਼ਾਮ ਆਏ ਕਿ ਕਿਤੇ ਨਾ ਕਿਤੇ ਉਹਨਾਂ ਨੇ ਨੀਤੀਗਤ ਕਮੀ ਰਹਿ ਗਈ ਉਹਨਾਂ ਦੇ ਕੰਮ 'ਚ ਜਾਂ ਉਹਨਾਂ ਨੇ ਕੰਮ ਦੀ ਪਾਲਣਾ ਨਹੀਂ ਕੀਤੀ। ਸੋ ਕਿਸੇ ਵੀ ਸੂਰਤ 'ਚ ਸਰਕਾਰ ਤੇ ਅਫਸਰਾਂ ਦੇ ਵਿੱਚ ਟਕਰਾਵ ਚੰਗਾ ਨਹੀਂ ਹੈ ਸੂਬੇ ਦੇ ਲਈ। ਔਰ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਵੀ ਅਫਸਰ ਕੇਂਦਰੀ ਡੈਪੂਟੇਸ਼ਨ ਤੇ ਜਾਣਾ ਚਾਹੁੰਦੇ ਨੇ ਜ਼ਰੂਰ ਉਹਨਾਂ ਨਾਲ ਸਲਾਹ ਮਸ਼ਵਰਾ ਕਰਨ, ਉਹਨਾਂ ਦੀਆਂ ਦਿੱਕਤਾਂ ਸੁਣਨ ਤੇ ਹਰ ਸੰਭਵ ਯਤਨ ਕਰਨ ਕਿ ਉਹ ਪੰਜਾਬ ਦੇ ਵਿੱਚ ਹੀ ਰਹਿ ਕੇ ਕੰਮ ਕਰਨ। ਸੋ ਉਹਦੇ ਨਾਲ ਹੀ ਪੰਜਾਬ ਦੀ ਤਰੱਕੀ ਹੋਣੀ ਹੈ। ਨਹੀਂ ਤਾਂ ਜਿਨ੍ਹਾਂ ਅਫਸਰਾਂ ਨੇ ਕਈ ਵਰੇ ਡਿਪਟੀ ਕਮਿਸ਼ਨਰ ਰਹੇ ਨੇ, ਸਕੱਤਰ ਰਹੇ ਨੇ, ਕੋਈ SDM ਰਹੇ ਨੇ ਆਪਣੇ ਸ਼ੁਰੂਆਤੀ ਦੌਰ 'ਚ, ਹਾਲਾਂਕਿ ਇਹ IAS ਅਫਸਰ ਸਿੱਧੇ ਡਾਇਰੈਕਟ IAS ਅਫਸਰ ਮੈਨੂੰ ਲੱਗਦੇ ਨੇ ਜ਼ਿਆਦਾਤਰ ਇਹਨਾਂ ਦੇ ਵਿੱਚ। ਔਰ ਇਹਨਾਂ ਨੂੰ ਅਕਸਰ ਅਸੀਂ ਵੱਖ-ਵੱਖ ਮਹਿਕਮਿਆਂ 'ਚ, ਯੋਜਨਾਵਾਂ 'ਚ ਇਹਨਾਂ ਦੇ ਅਸੀਂ ਕੰਮਕਾਰ ਤੋਂ ਵਾਕਫ ਵੀ ਹਾਂ ਲਗਭਗ ਸਾਰੇ ਲੋਕ। ਸੋ ਜ਼ਰੂਰ ਗੰਭੀਰਤਾ ਦੇ ਨਾਲ ਸਰਕਾਰ ਨੂੰ ਵਿਚਾਰ ਕਰਨ ਦੀ ਲੋੜ ਹੈ। ਅਫਸਰਾਂ ਤੋਂ ਬਿਨਾਂ ਸਰਕਾਰ ਉਂਝ ਹੈ ਜਿਵੇਂ ਮਿਰਚ ਮਸਾਲੇ ਤੋਂ ਬਿਨਾਂ ਦਾਲ ਤੇ ਖੰਡ ਤੋਂ ਬਿਨਾਂ ਚਾਹ। ਹਾਲਾਂਕਿ ਸ਼ੂਗਰ ਵਾਲਿਆਂ ਨੂੰ ਤਾਂ ਭਾਈ ਨਹੀਂ ਪੀਣੀ ਚਾਹੀਦੀ ਮਿੱਠੀ ਚਾਹ, ਉਹ ਤਾਂ ਫਿੱਕੀ ਪੀ ਲੈਣ, ਚੰਗੀ ਗੱਲ ਹੈ। ਪਰ ਕਹਿਣ ਦਾ ਮਤਲਬ ਹੈ ਕਿ ਅਫਸਰ ਬਹੁਤ ਅਨਿੱਖੜਵਾਂ ਅੰਗ ਨੇ ਸਾਡੀ ਸਰਕਾਰ ਦਾ। ਸੋ ਸਰਕਾਰ ਨੂੰ ਯਥਾ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਫਸਰਾਂ ਦੇ ਨਾਲ ਤਾਲਮੇਲ ਬਣਿਆ ਰਹੇ। ਔਰ ਜਿਹੜੇ ਸਾਡੇ ਮੰਤਰੀ ਨੇ, ਪਿੱਛੇ ਜੇ ਇੱਕ ਮੰਤਰੀ ਵੀ ਸੀ ਹਾਲਾਂਕਿ ਉਹ ਬਦਲਤਾ, ਉਹਨਾਂ ਨੇ ਤਾਂ ਇੱਕ ਵੱਡਾ ਵਾਈਸ ਚਾਂਸਲਰ ਹੀ ਗੱਦੇ ਤੇ ਲਟਾਤਾ ਸੀ। ਸੋ ਜਿਹੜੇ ਮੰਤਰੀ ਨੇ ਜਾਂ MLA ਨੇ ਉਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਹੈ। ਅਫਸਰਾਂ ਦਾ ਆਪਣਾ ਅਫਸਰਾਂ ਦੀ ਇੱਕ ਜਿਹੜੀ ਹੈ ਉਹਨਾਂ ਦੀ ਸੈਲਫ ਰਿਸਪੈਕਟ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਅਫਸਰ 58 ਸਾਲ 60 ਸਾਲ ਤੱਕ ਅਫਸਰ ਰਹਿੰਦੇ ਨੇ ਭਾਈ, ਮੰਤਰੀਆਂ ਦਾ MLAਆਂ ਦਾ ਪਤਾ ਨਹੀਂ ਹੁੰਦਾ ਕਿ 5 ਸਾਲ ਵੀ ਕੱਟਣੇ ਆ ਜਾਂ ਨਹੀਂ ਕੱਟਣੇ। ਨਵਜੋਤ ਸਿੰਘ ਸਿੱਧੂ ਦੇ ਘਰ 'ਚ ਜੋ ਹੈ ਬਾਹਰੋਂ ਸੁਰੱਖਿਆ ਵਿੱਚ ਕਟੌਤੀ ਕਰਨ ਦੀਆਂ ਖਬਰਾਂ ਜੋ ਹੈ ਕੱਲ ਮੀਡੀਆ ਵਿੱਚ ਸੁਰਖੀਆਂ ਵਿੱਚ ਰਹੀਆਂ। ਸੋ ਇਸ ਨੂੰ ਜ਼ਰੂਰ ਸਮਝਣਾ ਚਾਹਾਂਗੇ ਤੁਹਾਡੇ ਤੋਂ ਕਿ ਆਖਿਰ ਅੰਦਰਲੀ ਸੱਚਾਈ ਕੀ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ, ਕਿਉਂਕਿ ਸੁਰੱਖਿਆ ਦਾ ਮਾਮਲਾ ਬੜਾ ਹੀ ਗੰਭੀਰ ਮੁੱਦਾ ਹੁੰਦਾ ਪੰਜਾਬ ਦੇ ਵਿੱਚ। ਸੋ ਇਸ ਪੂਰੇ ਮਾਮਲੇ ਦੀ ਤੁਹਾਡੇ ਤੋਂ ਪੂਰੀ ਜਾਣਕਾਰੀ ਜ਼ਰੂਰ ਚਾਹਾਂਗੇ ਕਿ ਜੋ ਖਬਰਾਂ ਸਨ
ਕਿ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰੋਂ ਸੁਰੱਖਿਆ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਅਸਲ ਸੱਚਾਈ ਕੀ ਹੈ ਇਸ ਪੂਰੇ ਮਾਮਲੇ ਦੀ? ਹਰਜੋਤ ਜੀ, ਨਵਜੋਤ ਸਿੰਘ ਸਿੱਧੂ ਨਾਲ ਜੁੜੀ ਜਿਹੜੀ ਕੋਈ ਵੀ ਖਬਰ ਹੈ ਉਹ ਮੀਡੀਆ ਦੇ ਵਿੱਚ ਸੁਰਖੀਆਂ ਬਣ ਜਾਂਦੀ ਹੈ, ਭਾਵੇਂ ਉਹ ਖਬਰ ਪੂਰੀ ਚੰਗੀ ਤਰ੍ਹਾਂ ਸਮਝ ਆ ਰਹੀ ਹੋਵੇ ਜਾਂ ਨਾ ਆ ਰਹੀ ਹੋਵੇ, ਪਰ ਉਹ ਟੈਲੀਵਿਜ਼ਨਾਂ ਤੇ, ਵੈਬਸਾਈਟਸ ਤੇ, ਨਿਊਜ਼ ਪੋਰਟਲਸ ਤੇ, YouTube ਚੈਨਲਾਂ ਤੇ ਧੜਾ ਧੜ ਸਾਨੂੰ ਚੱਲਦੀ ਦਿਖਣ ਲੱਗ ਜਾਂਦੀ ਹੈ। ਕੱਲ ਵੀ ਇੰਜ ਹੋਇਆ। ਕੱਲ ਵੀ ਨਵਜੋਤ ਸਿੰਘ ਸਿੱਧੂ ਦੀ ਖਬਰ ਟੈਲੀਵਿਜ਼ਨਾਂ ਤੇ ਚੱਲਦੀ ਦੇਖੀ। ਕਈਆਂ ਨੇ ਕਹਿਤਾ ਕਿ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸੀ ਹੋਈ, ਫਿਰ ਕਈਆਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਤੈਨਾਤ ਜਿਹੜੇ 4 ਗਾਰਡ ਮੈਂਬਰ ਸੀ, ਗਾਰਡ ਸੀ, ਸੁਰੱਖਿਆ ਮੁਲਾਜ਼ਮ ਸੀ, ਉਹਨਾਂ ਨੂੰ ਉਹ ਵਾਪਸ ਚਲੇ ਗਏ। ਸੋ ਮੈਨੂੰ ਇਹ ਲੱਗਦਾ ਹੈ ਕਿ ਜ਼ਰੂਰ, ਕਿਉਂਕਿ ਦੇਖੋ ਸੁਰੱਖਿਆ ਵਾਪਸੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਔਰ ਨਵਜੋਤ ਸਿੰਘ ਸਿੱਧੂ ਜ਼ੈਡ ਸਿਕਿਉਰਿਟੀ ਦੇ ਪ੍ਰੋਟੈਕਟੀ ਨੇ, ਭਾਵੇਂ ਇਸ ਵਕਤ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ, ਪਰ ਜਿੱਦਾਂ ਹੀ ਬਾਹਰ ਆਉਣਗੇ ਤੇ ਜ਼ੈਡ ਸਿਕਿਉਰਿਟੀ ਦਾ ਘੇਰਾ ਉਹਨਾਂ ਨੂੰ ਮਿਲ ਜਾਣਾ ਹੈ। ਅਜਿਹੇ ਹਾਲਾਤਾਂ 'ਚ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਔਰ ਪਟਿਆਲੇ ਵਾਲੇ ਘਰ ਦੇ ਵਿੱਚ ਵੀ ਸੁਰੱਖਿਆ ਜਿਹੜੀ ਉਹ ਤੈਨਾਤ ਕੀਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ। ਅਸੀਂ ਸਿੱਧੂ ਮੂਸੇਵਾਲੇ ਦਾ ਮਾਮਲਾ ਵੇਖਿਆ, ਜਦੋਂ ਸੁਰੱਖਿਆ ਦੀ ਕਮੀ ਨੇ ਜਾਂ ਸੁਰੱਖਿਆ ਵਾਪਸੀ ਦੇ ਫੈਸਲੇ ਨੇ ਕਿੱਡਾ ਵੱਡਾ ਨੁਕਸਾਨ ਕਰਤਾ। ਆਮ ਆਦਮੀ ਪਾਰਟੀ ਸੰਗਰੂਰ ਦੀ ਸੀਟ ਤੱਕ ਹਾਰ ਗਈ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਜਿਹੜੀ ਸੁਰੱਖਿਆ ਦੀ ਗੱਲ ਆਈ, ਹਾਲਾਂਕਿ ਮੀਡੀਆ ਦੇ ਵਿੱਚ ਖਬਰਾਂ ਆਈਆਂ, ਉਸ ਤੋਂ ਬਾਅਦ ਪਤਾ ਲੱਗਿਆ ਕਿ ਬਾਅਦ ਦੁਪਹਿਰ ਤੱਕ 2 ਸੁਰੱਖਿਆ ਮੁਲਾਜ਼ਮ ਵਾਪਸ ਵੀ ਤੈਨਾਤ ਕਰਵਾ ਦਿੱਤੇ ਗਏ ਸੀ। ਮੈਨੂੰ ਲੱਗਦਾ ਜ਼ਿਲ੍ਹਾ ਪ੍ਰਸ਼ਾਸਨ ਨੇ, ਹੋ ਸਕਦਾ ਕਿ ਕਿਸੇ ਮੀਟਿੰਗ ਲਈ ਉਹਨਾਂ ਨੂੰ ਸੱਦਿਆ ਹੋਵੇ, ਕਿਸੇ ਕੰਮ ਲਈ ਸੱਦਿਆ ਹੋਵੇ, ਪਰ ਦੁਪਹਿਰ ਬਾਅਦ ਤੱਕ 2 ਮੁਲਾਜ਼ਮ ਵਾਪਸ ਆ ਗਏ ਸੀ। ਸੋ ਮੈਨੂੰ ਲੱਗਦਾ ਬਾਕੀ ਮੁਲਾਜ਼ਮ ਵੀ ਵਾਪਸ ਆ ਜਾਣਗੇ। ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਾਂ ਪੰਜਾਬ ਦੇ ਹੋਰ ਲੀਡਰ ਜਿਨ੍ਹਾਂ ਨੂੰ ਸੁਰੱਖਿਆ ਦੀ ਅਤੀ ਲੋੜ ਹੈ, ਉਹਨਾਂ ਦੀ ਸੁਰੱਖਿਆ 'ਚ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਕਰੇਗੀ। ਪਰ ਮੀਡੀਆ ਨੇ ਆਪਣੀ ਡਿਊਟੀ ਹੈ ਜਿਹੜੀ ਹਰਜੋਤ ਜੀ ਅਦਾ ਕਰਨੀ ਹੁੰਦੀ ਹੈ। ਸੋ ਮੀਡੀਆ ਨੂੰ ਤਾਂ ਜਦੋਂ ਪਤਾ ਲੱਗਿਆ ਕਿ ਸੁਰੱਖਿਆ ਗਾਰਡ ਹੈ ਨਹੀਂ ਨਵਜੋਤ ਸਿੰਘ ਸਿੱਧੂ ਦੇ ਘਰ, ਬਹੁਤ ਸਾਰੇ ਪੱਤਰਕਾਰ ਤਾਂ ਪਤਾ ਲੱਗਿਆ ਉਹਨਾਂ ਦੇ ਘਰ ਪਹੁੰਚ ਗਏ ਪਟਿਆਲੇ, ਤੇ ਉਹਨਾਂ ਨੇ ਆਪਣੇ ਅੱਖੀਂ ਦੇਖਿਆ ਕਿ ਜਿਹੜੇ ਸੁਰੱਖਿਆ ਦੇ 4 ਮੁਲਾਜ਼ਮ ਉੱਥੇ ਹੁੰਦੇ ਸੀ ਉਹ ਹੈ ਨਹੀਂ ਸੀ। ਫਿਰ ਉਹਨਾਂ ਨੇ ਉਸ ਹਿਸਾਬ ਨਾਲ ਰਿਪੋਰਟ ਕੀਤਾ। ਪਰ ਮੈਨੂੰ ਲੱਗਦਾ ਸੁਰੱਖਿਆ ਵਾਪਸੀ ਵਾਲਾ ਫੈਸਲਾ ਨਹੀਂ, ਇਹਨੂੰ ਸਾਨੂੰ ਨਹੀਂ ਦੇਖਣਾ ਚਾਹੀਦਾ। ਹੋ ਸਕਦਾ ਕੋਈ ਤਕਨੀਕੀ ਇਹਦੇ ਪਿੱਛੇ ਕਾਰਨ ਹੋਵੇ, ਪਰ ਕੱਲ 2 ਮੁਲਾਜ਼ਮ ਸ਼ਾਮ ਨੂੰ ਜੋ ਪਤਾ ਲੱਗਿਆ ਵਾਪਸ ਆ ਗਏ ਸੀ। ਹੋ ਸਕਦਾ ਬਾਕੀ ਵੀ ਰਾਤ ਨੂੰ ਆ ਗਏ ਹੋਣ ਜਾਂ ਸਵੇਰੇ ਆ ਜਾਣਗੇ, ਪਰ ਮੈਨੂੰ ਲੱਗਦਾ ਇਹ ਮਸਲਾ ਨਿਬੜ ਜੂ। ਹਰਜੋਤ ਜੀ, ਡੱਲਾ ਜੀ, ਬੀਤੇ ਦਿਨ ਕੌਮੀ ਇਨਸਾਫ ਮੋਰਚਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਾਲੇ ਜੋ ਵੀ ਵਾਪਰਿਆ ਅਸੀਂ ਸਾਰੇ ਜਾਣਦੇ ਹਾਂ। ਸੋ ਉਸ ਸਥਿਤੀ ਨੂੰ ਸਮਝਣਾ ਵੀ ਜ਼ਰੂਰ ਚਾਹਾਂਗੇ ਕਿ ਉਸ ਘਟਨਾਕ੍ਰਮ ਤੋਂ ਬਾਅਦ ਜੋ ਹੈ ਕਈ ਤਰ੍ਹਾਂ ਦੇ ਰਿਐਕਸ਼ਨਸ ਵੀ ਸਾਹਮਣੇ ਆ ਰਹੇ ਨੇ, ਤੇ ਤੁਸੀਂ ਕਿਵੇਂ ਦੇਖਦੇ ਹੋ? ਹਾਲਾਂਕਿ ਆਪਾਂ ਪ੍ਰੋਗਰਾਮ ਵਿੱਚ ਵੀ ਕਈ ਵਾਰੀ ਡਿਸਕਸ ਕਰਦੇ ਰਹੇ ਹਾਂ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੰਡੀਗੜ੍ਹ ਜਾਇਆ ਜਾਏ, ਪਰ ਜਥਿਆਂ ਨੂੰ ਰੋਕ ਦਿੱਤਾ ਜਾਂਦਾ ਰਿਹਾ। ਪਰ ਕੱਲ ਜੋ ਸਥਿਤੀ ਵੇਖਣ ਨੂੰ ਮਿਲੀ ਹੈ ਕੌਮੀ ਇਨਸਾਫ ਮੋਰਚੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਚਾਲੇ, ਉਸ ਸਥਿਤੀ ਨੂੰ ਵੇਖਦਿਆਂ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਕੌਮੀ ਇਨਸਾਫ ਮੋਰਚਾ ਬਾਰੇ? ਹਰਜੋਤ ਜੀ, ਕੌਮੀ ਇਨਸਾਫ ਮੋਰਚੇ ਵੱਲੋਂ ਲਗਾਤਾਰ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਥਿਆਂ ਦੇ ਰੂਪ ਦੇ ਵਿੱਚ ਉਹ ਚਾਹੁੰਦੇ ਸੀ ਕਿ ਉਹ ਚੰਡੀਗੜ੍ਹ ਦੇ ਵਿੱਚ ਵਧਣ, ਤੇ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਐਂਟਰੀ ਨਹੀਂ ਸੀ ਦਿੱਤੀ ਜਾ ਰਹੀ। ਪਹਿਲੇ ਦਿਨਾਂ ਦੇ ਵਿੱਚ ਵੀ ਕੁਝ ਲੋਕ ਹਿਰਾਸਤ 'ਚ ਲਏ ਗਏ ਸੀ। ਕੱਲ ਇੱਕ ਵਾਰ ਫਿਰ ਕੌਮੀ ਇਨਸਾਫ ਮੋਰਚੇ ਦਾ ਜੱਥਾ ਚੰਡੀਗੜ੍ਹ ਦੇ ਵਿੱਚ ਦਾਖਲ ਹੋਇਆ ਔਰ ਘਟਨਾਕ੍ਰਮ ਹੈ ਜਿਹੜਾ ਉਹ ਬਹੁਤਾ ਚੰਗਾ ਨਹੀਂ ਕੱਲ ਵਾਪਰਿਆ। ਕੱਲ ਆਪਸੀ ਟਕਰਾਅ ਹੈ ਜਿਹੜਾ ਉਹ ਦਰਜ ਕੀਤਾ ਗਿਆ। ਕੌਮੀ ਇਨਸਾਫ ਮੋਰਚਾ ਦੇ ਜਿਹੜੇ ਉਹਨਾਂ ਦੇ ਮੈਂਬਰ ਨੇ ਜਾਂ ਪ੍ਰਦਰਸ਼ਨਕਾਰੀ ਨੇ, ਤੇ ਉਧਰ ਦੂਜੇ ਪਾਸਿਓਂ ਜਿਹੜੇ ਪੁਲਿਸ ਦੇ ਮੁਲਾਜ਼ਮ ਸੀ, ਚੰਡੀਗੜ੍ਹ ਪੁਲਿਸ ਦੇ ਅਫਸਰ ਸੀ। ਸੋ ਇੱਕ ਟਕਰਾਅ ਦੀ ਕੱਲ ਸਥਿਤੀ ਹੈ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਬਣੀ। ਚੰਡੀਗੜ੍ਹ ਪੁਲਿਸ ਨੇ ਵੀ ਵੀਡੀਓ ਜਾਰੀ ਕੀਤੀ, ਇੱਧਰੋਂ ਕੌਮੀ ਇਨਸਾਫ ਮੋਰਚਾ ਦੇ ਪ੍ਰਬੰਧਕਾਂ ਵੱਲੋਂ ਆਪਣੀ ਗੱਲ ਕਹੀ ਗਈ। ਇਹ ਟਕਰਾਅ ਹੈ ਜਿਹੜਾ ਕਿਸੇ ਵੀ ਰੂਪ 'ਚ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਜਿਹੜੀਆਂ ਸਰਕਾਰਾਂ ਨੇ, ਭਾਵੇਂ ਕੇਂਦਰ ਸਰਕਾਰ ਹੈ, ਭਾਵੇਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ, ਕੌਮੀ ਇਨਸਾਫ ਮੋਰਚੇ ਦੇ ਨੁਮਾਇੰਦਿਆਂ ਨੂੰ ਜ਼ਰੂਰ ਸਰਕਾਰਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਗੱਲਬਾਤ ਦੇ ਨਾਲ ਹੀ ਮਸਲੇ ਹੱਲ ਹੁੰਦੇ ਨੇ। ਸਾਡੇ ਸਾਹਮਣੇ ਉਦਾਹਰਨ ਹੈ ਜਿਹੜਾ ਕਿਸਾਨ ਅੰਦੋਲਨ ਸੀ, ਕਿਸਾਨ ਮੋਰਚਾ ਸੀ, ਆਖਿਰਕਾਰ ਕੇਂਦਰ ਸਰਕਾਰ ਨਾਲ ਗੱਲਬਾਤ ਹੋਈ ਤੇ ਉਹ ਮੁਕੰਮਲ ਹੋਇਆ। ਨਹੀਂ ਤਾਂ 1.5-2 ਸਾਲ ਵੀ ਸਾਨੂੰ ਪਤਾ ਹੈ ਉਹ ਕਿਸਾਨ ਮੋਰਚਾ ਚੱਲਦਾ ਰਿਹਾ। ਔਰ ਕੌਮੀ ਇਨਸਾਫ ਮੋਰਚੇ ਦੇ
ਨੁਮਾਇੰਦਿਆਂ ਦੇ ਨਾਲ ਕੇਂਦਰ ਸਰਕਾਰ ਨੂੰ ਵੀ, ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ, ਪੰਜਾਬ ਸਰਕਾਰ ਨੂੰ ਵੀ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ ਔਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੀ ਗੱਲ ਸੁਣ ਕੇ ਉਹਦੇ ਤੇ ਅੱਗੇ ਕੋਈ ਨਾ ਕੋਈ ਉਹਨਾਂ ਨੂੰ ਜਿਹੜੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਜਾਣਾ ਚਾਹੀਦਾ ਹੈ ਔਰ ਵਿਚਾਰਿਆ ਜਾਣਾ ਚਾਹੀਦਾ ਹੈ। ਕੱਲ ਜੋ ਕੁਝ ਹੋਇਆ, ਟਕਰਾਅ ਜੋ ਹੋਇਆ, ਚੰਡੀਗੜ੍ਹ ਪੁਲਿਸ ਨੇ ਕੌਮੀ ਇਨਸਾਫ ਮੋਰਚੇ ਤੇ ਇਲਜ਼ਾਮ ਲਾਏ ਔਰ ਕੌਮੀ ਇਨਸਾਫ ਮੋਰਚੇ ਨੇ ਆਪਣੀ ਗੱਲ ਰੱਖੀ। ਇੱਕ ਵਾਰੀ ਗੱਲ ਦੋਹਾਂ ਧਿਰਾਂ ਦੀ ਅਸੀਂ ਸੁਣਾ ਦਈਏ। ਕੌਮੀ ਇਨਸਾਫ ਮੋਰਚੇ ਵੱਲੋਂ ਗੁਰਚਰਨ ਸਿੰਘ ਜਿਹੜੇ ਕਿ ਪ੍ਰਬੰਧਕ ਵੀ ਨੇ ਔਰ ਬੜੇ ਸੀਨੀਅਰ ਐਡਵੋਕੇਟ ਨੇ, ਅਮਰ ਸਿੰਘ ਚਾਹਲ, ਇਹਨਾਂ ਦੋਨਾਂ ਦੀ ਗੱਲ ਹੈ ਜਿਹੜੀ ਉਹ ਅਸੀਂ ਸੁਣਦੇ ਹਾਂ। ਕੌਮੀ ਮੁੱਦਿਆਂ ਨੂੰ ਲੈ ਕੇ ਜੋ 7 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ ਬਰੂਹਾਂ ਤੇ ਲੱਗਿਆ, ਜਿਸ ਦਾ ਨਿਸ਼ਾਨਾ ਸ਼ੁਰੂ ਤੋਂ ਆਪਣੇ ਮੁੱਦਿਆਂ ਤੇ ਸਰਕਾਰ ਤੋਂ ਸ਼ਾਂਤਮਈ ਰੂਪ 'ਚ ਹੱਕ ਲੈਣ ਦਾ, ਜਿਸ ਦੀ ਮਿਸਾਲ ਹੈ ਵੀ 7 ਜਨਵਰੀ ਨੂੰ ਬਹੁਤ ਵੱਡਾ ਇਕੱਠ ਗੁਰਦੁਆਰਾ ਅੰਬ ਸਾਹਿਬ ਤੋਂ ਤੁਰਿਆ, ਉਹ ਪੂਰਾ ਸ਼ਾਂਤੀਪੂਰਵਕ ਸੀ। ਉਸ ਤੋਂ ਬਾਅਦ 26 ਜਨਵਰੀ ਨੂੰ ਲੱਖਾਂ ਦੀ ਗਿਣਤੀ 'ਚ ਸੰਗਤਾਂ ਪਹੁੰਚੀਆਂ, ਉਹ ਪੂਰਾ 18 ਕਿਲੋਮੀਟਰ ਦਾ ਪੰਧ ਤੈਅ ਕਰਦਾ ਹੋਇਆ ਪੂਰਾ ਸ਼ਾਂਤੀਪੂਰਵਕ ਰਿਹਾ। ਪਰ ਜਿਹੜਾ 4 ਦਿਨ ਪਹਿਲਾਂ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੋਂ ਇੱਕ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਜੇ 3 ਜਨਵਰੀ ਨੂੰ ਸਰਕਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਕੋਰਟ 'ਚ ਨਹੀਂ ਪੇਸ਼ ਕਰਦੀ, ਅਸੀਂ ਆਪਣਾ ਇੱਥੇ ਤੋਂ 31 ਮੈਂਬਰੀ ਜਥਾ ਇੱਕ ਭੇਜਿਆ ਜਾਵੇਗਾ, ਜਿਹੜਾ ਸੀਐਮ ਦੀ ਕੋਠੀ ਤੇ ਜਾਵੇਗਾ, 2 ਘੰਟੇ ਸ਼ਾਂਤਮਈ ਸਤਨਾਮ ਵਾਹਿਗੁਰੂ ਦਾ ਜਾਪ ਕਰੇਗਾ ਤੇ ਉਸ ਤੋਂ ਬਾਅਦ ਅਰਦਾਸ ਕਰਕੇ ਉਹ ਵਾਪਸੀ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੇ ਪਹੁੰਚੇਗਾ। ਪਰੰਤੂ ਜਦੋਂ 2 ਦਿਨ ਤੋਂ ਉਹ ਜਥਾ ਜਿਹੜਾ ਇੱਥੋਂ ਤੋਂ ਰਵਾਨਾ ਕੀਤਾ ਗਿਆ, ਉਹ ਪੂਰਾ ਸ਼ਾਂਤੀਪੂਰਵਕ ਸੀ। ਪਰ ਅੱਜ ਪ੍ਰਸ਼ਾਸਨ ਨੇ ਜਿਹੜਾ ਸਾਡੇ ਕੌਮੀ ਇਨਸਾਫ ਮੋਰਚੇ ਦੀ ਚੜ੍ਹਦੀ ਕਲਾ ਨੂੰ ਦਬਾਉਣ ਲਈ ਇਹ ਅੱਜ ਕਰਤੂਤ ਕੀਤੀ ਹੈ, ਪ੍ਰਸ਼ਾਸਨ ਵੱਲੋਂ ਸਾਈਡ ਤੋਂ ਲਿਆ ਕੇ ਇੱਕ ਭਈਆ ਟੈਪ ਤੋਂ ਪੱਥਰਬਾਜ਼ੀ ਕਰਾਈ ਗਈ। ਉਸ ਤੇ ਜਿਹੜੇ ਸਾਡੇ 31 ਮੈਂਬਰ ਉਸ ਜਥੇ ਵਿੱਚ ਜਾ, ਜਿਸ ਵਿੱਚ ਬਜ਼ੁਰਗ ਬੀਬੀਆਂ, ਬਜ਼ੁਰਗ ਭਾਈ ਤੇ ਨੌਜਵਾਨ ਤੇ ਬੱਚੇ ਸਨ, ਉਹ ਕੌਣ ਸੀ? ਸਰਕਾਰ ਦੱਸੇ ਵੀ ਉਹ ਕੌਣ ਹੈ, ਕਿੱਥੇ ਤੋਂ ਲਿਆਈ ਹੈ ਉਹਨਾਂ ਨੂੰ, ਜਿਨ੍ਹਾਂ ਤੋਂ ਪੱਥਰ ਰੋੜੇ ਸੁੱਟੇ ਗਏ, ਉਹਨਾਂ ਤੇ ਮਾਰੇ ਗਏ, ਸੱਟਾਂ ਵੱਜੀਆਂ। ਉਸ ਤੋਂ ਬਾਅਦ ਉਸ ਨੇ ਪ੍ਰਸ਼ਾਸਨ ਨੇ ਉਹਨਾਂ ਨੂੰ ਕੰਟਰੋਲ ਤਾਂ ਕੀ ਕਰਨਾ ਸੀ, ਸਗੋਂ ਵਾਟਰ ਕੈਨਨ ਨਾਲ ਪਾਣੀ ਦੀਆਂ, ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀ ਗਈਆਂ, ਲਾਠੀ ਚਾਰਜ ਕੀਤਾ ਗਿਆ। ਉੱਥੇ ਸਾਡੇ ਨੌਜਵਾਨਾਂ ਦੀ ਭਾਵਨਾ ਨੂੰ ਬਹੁਤ ਸੱਟ ਵੱਜੀ। ਅਸੀਂ ਉਹਨਾਂ ਨੂੰ ਇਹ ਬੜੀ ਉਹਨਾਂ ਦੇ ਧਿਆਨ 'ਚ ਲਿਆਂਦੀ ਗਈ ਵੀ ਤੁਹਾਡੇ ਜਿਹੜੇ ਕੇਸ ਚੱਲਦੇ ਨੇ ਪਿੱਛੇ, ਉਹਨਾਂ 'ਚ ਕੋਈ ਪ੍ਰੋਗਰੈਸ ਨਹੀਂ ਹੈਗੀ। ਉਹ ਕੇਸ ਤੁਸੀਂ ਰਜਿਸਟਰ ਕਰਕੇ ਬਗੈਰ ਕਿਸੇ ਕਾਰਨ ਤੋਂ ਰੱਖੇ ਨੇ, ਬੰਦਾ 25 ਸਾਲ ਤੋਂ ਅੰਦਰ ਹੈ, ਉਹ ਕੇਸਾਂ ਦੀ ਤੁਸੀਂ ਸੁਣਵਾਈ ਕਰਨੀ ਚਾਹੀਦੀ ਹੈ, ਉਹਨੂੰ ਬੰਦੇ ਨੂੰ ਪੇਸ਼ ਕਰਨਾ ਚਾਹੀਦਾ। ਅਦਾਲਤਾਂ ਨੇ ਉੱਥੇ ਪ੍ਰੋਡਕਸ਼ਨ ਵਾਰੰਟ ਇਸ਼ੂ ਕੀਤੇ ਨੇ, ਤੁਸੀਂ ਉਹਨਾਂ ਦੀ ਵੀ ਜਿਹੜੀ ਹੈ ਉਹਨਾਂ ਨੂੰ ਜਿਹੜੀ ਹੈ ਉਹਨਾਂ 'ਤੇ ਤਬਦੀਲ ਨਹੀਂ ਕਰਦੇ, ਉਹਨਾਂ 'ਤੇ ਕਾਰਵਾਈ ਨਹੀਂ ਕਰਦੇ। ਈਵਨ ਜਿਹੜੀ ਹੈ ਅਦਾਲਤ ਦੇ ਵਾਰੰਟ ਆਫ ਜਿਹੜਾ ਪ੍ਰੋਡਕਸ਼ਨ ਆ, ਉਹਨੂੰ ਤੁਸੀਂ ਇੱਕ ਪੇਪਰ ਦੀ ਤਰ੍ਹਾਂ ਇਗਨੋਰ ਕਰਕੇ ਰੱਖ ਦਿੱਤਾ। ਇਸ ਕਰਕੇ ਤੁਹਾਡਾ ਇਹ ਫਰਜ਼ ਬਣਦਾ ਹੈ ਵੀ ਬੰਦੇ ਨੂੰ ਉੱਥੇ ਪੇਸ਼ ਕਰੋ ਤੇ ਜਿਹੜਾ ਹੈ ਕੇਸ ਚਲਾਓ। ਉਹਨਾਂ ਦਾ ਕੀ ਰਿਐਕਸ਼ਨ ਕੀ ਸੀ? ਚਾਲ ਸਾਹਿਬ ਤੁਸੀਂ ਲੀਗਲ ਗੱਲ ਕੀਤੀ, ਭਰੋਸਾ ਕੀ ਦਿੱਤਾ ਜੀ? ਦੱਸ ਰਿਐਕਸ਼ਨ ਕੀ ਸੀਗਾ ਜੀ ਸਰਕਾਰ ਦਾ ਫਾਈਨਲ ਰਿਐਕਸ਼ਨ? ਉਹਨਾਂ ਦਾ ਭਰੋਸਾ ਇਹੋ ਸੀ ਵੀ ਜੀ ਅਸੀਂ ਇਹਦੇ ਤੇ ਗੌਰ ਕਰਾਂਗੇ, ਗੌਰ ਕਰਾਂਗੇ, ਗੌਰ ਕਰਾਂਗੇ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕਿੰਨੇ ਮਹੀਨਿਆਂ ਤੋਂ ਤੁਹਾਡੇ ਮਗਰ ਲੱਗੇ ਹਾਂ, ਤੁਹਾਡੇ ਐਸਪੀ ਨੂੰ, ਐਸਐਸਪੀ ਨੂੰ ਮਿਲਿਆ, ਤੁਹਾਡੇ ਐਸਐਚਓ ਨੂੰ ਮਿਲਿਆ, ਤੁਹਾਡੀਆਂ ਅਦਾਲਤਾਂ 'ਚ ਗੱਲ ਕਹੀਏ ਤੇ ਤੁਸੀਂ ਸਾਨੂੰ ਫਿਰ ਅੱਜ ਇਹ ਕਹਿ ਦਿੰਦੇ ਆ ਵੀ ਗੌਰ ਕਰਾਂਗੇ। ਕਿੰਨੀ ਦੇਰ ਗੌਰ ਕਰੋਗੇ? ਮੀਟਿੰਗ ਦੇ ਵਿੱਚ ਉਹਨਾਂ ਦੇ ਇੱਕ ਮੰਤਰੀ ਸਨ ਜੀ, ਇੰਦਰਵੀਰ ਸਿੰਘ ਜੀ, ਦਲਬੀਰ ਸਿੰਘ, ਹਾਂਜੀ ਇੰਦਰਵੀਰ ਸਿੰਘ, ਜਿਹੜੇ ਅੰਮ੍ਰਿਤਸਰ ਤੋਂ ਆਏ, ਚੀਫ ਖਾਲਸਾ, ਇੱਕ ਉਹਨਾਂ ਦਾ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਸੀ, ਲਾਅ ਐਂਡ ਆਰਡਰ ਦਾ ਜਿਹੜਾ ਸੀ, ਬਾਕੀ ਉਹਨਾਂ ਦਾ DIG ਇੱਕ ਹੈਗਾ ਸੀ, ਤੇ ਉਹਨਾਂ ਦੇ ਹੋਰ ਇੱਕ ਲੋਕਲ SSP ਸੀ ਜਿਹੜਾ ਮੋਹਾਲੀ ਦਾ ਸੀ। ਕੁਝ ਸੱਜਣ ਜਿਹੜੇ ਹੈਗੇ ਸੀ, ਉਹਨਾਂ ਦਾ ਡਾਇਰੈਕਟਰ ਪ੍ਰੋਸੀਕਿਊਸ਼ਨ ਹੈਗਾ ਸੀ, ਜਿਹੜਾ ਸਾਰੇ ਕੇਸਾਂ ਦੀ ਜਿਹੜੀ ਆ ਪੰਜਾਬ ਦੇ ਵਿੱਚ ਉਹ ਦੇਖ ਰੇਖ ਕਰਦਾ ਹੈ। इस तो अलावा कोई चंडीगढ़ के भी 1-2 अफसर सन। मटौर बैरियर पे इनका पूरा पक्का मोर्चा लगा हुआ है। यहाँ करीब 250 से 300 आदमी रोज़ बैठते हैं और इनकी सपोर्ट में कई ऑर्गेनाइजेशंस रोज़ आती हैं जो अलग अलग संख्याओं में आती हैं। 3 दिन पहले इन्होंने एक घोषणा की कि ये CM रेजिडेंस जाना चाहते हैं प्रोटेस्ट करने के लिए, और अगर इनको रोका गया
तो ये अपनी गिरफ्तारी देंगे, डिटेंशन देंगे। और इनके प्रोग्राम के मुताबिक इनको हम लोगों ने ये बता दिया कि चंडीगढ़ में 144 धारा लगी हुई है, 5 से ज़्यादा आदमी अलाउड नहीं है। सीएम रेजिडेंस जो है हाई सिक्योरिटी जोन में आता है, इसलिए हम वहाँ पे किसी तरह के प्रोटेस्ट को हम अलाउ नहीं कर सकते और हमारी तरफ से किसी भी प्रोटेस्ट की इजाज़त चंडीगढ़ में नहीं है जी। इसके बावजूद आज जैसा आप सबको मालूम है करीब 12-1 बजे के आसपास इनके 1000 आदमी हमारे बैरिकेड पे आए, यहाँ 51-52 जो रोड सेक्टर है उसके बॉर्डर पे, और यहाँ पे इन्होंने हमारे बैरिकेड पे हमारे जो पुलिस वाले तैनात थे उनके साथ थोड़ी देर तो इन्होंने बातचीत की, लेकिन उसके बाद अचानक ये एकदम उग्र हो गए और इन्होंने हमारे बैरिकेड को तोड़ के जंप करके इधर आने की कोशिश की। पुलिस की तरफ से इनको समझाया गया, इनको चेतावनी भी दी गई और इनको फिर से दोहराया गया, बताया गया कि इस तरह की नहीं है। लेकिन आज जो क्राउड था इनके साथ, उनमें कईयों के पास हथियार थे, डंडे थे, तलवारें थीं और भी डेंजरस वेपन ये साथ में कैरी कर रहे थे। तो जब पुलिस वालों ने रोका तो अचानक से इन्होंने हमारे पुलिस वाले जो इस बैरिकेड पे तैनात थे उन पे इन्होंने अटैक किया, जिसमें कि कई पुलिस वालों को चोटें आईं। उसके बाद इन्होंने बैरिकेड को तोड़ा है, हमने हल्का पानी चलाया, आप सबने देखा, पानी के द्वारा हमने कोशिश की इनको रोकने की, लेकिन पीछे से एक और जत्था आया। जब हम बातचीत कर रहे थे, उनको समझाने की कोशिश कर रहे थे, उस जत्थे में घोड़े भी थे, कुछ हमने निहंगों के दल भी देखे उसमें जिनके पास भी हथियारें थीं, और उन्होंने सीधा आकर के उन तलवारों से हमारे पुलिस वालों को अटैक किया। कुछ पुलिस वाले गिर गए ज़मीन पे, उनको बहुत गंभीर चोटें आई हैं, उनको अस्पताल में दाखिल कराना पड़ा। साथ हमारे आरएएफ के जवान घायल हैं और कई पुलिस वाले भी घायल हैं। मुझे लगता है 25-30 जवान, उनको काफ़ी सीरियस चोटें आई हैं, सिर पे भी चोटें आई हैं। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਆਪਣੇ ਕੀਮਤੀ ਸੁਝਾਅ, ਕੀਮਤੀ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਰਹਿੰਦੇ ਹੋ। ਫਿਲਹਾਲ ਦੇ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।